21ਵੀਂ ਸਦੀ ਦਾ ਕਾਰੋਬਾਰ ਰਾਬਰਟ ਟੀ ਕਿਓਸਾਕੀ ਭਾਗ 2 ਅਧਿਆਇ 14 ਸੰਪਤੀ 6 ਅਤੁਲ ਅਗਵਾਈ ਯੋਗਤਾਵਾਂ। ਜਦੋਂ ਮੈਂ ਪਹਿਲੇ ਨੈਟਵਰਕ ਮਾਰਕੀਟਿੰਗ ਦੇ ਸੰਸਾਰ ਉੱਤੇ ਸ਼ੋਧ ਕਰ ਰਿਹਾ ਸੀ ਤਾਂ ਉਸ ਦੌਰਾਨ ਮੈਂ ਕਈ ਮੀਟਿੰਗਸ ਅਤੇ ਪ੍ਰੋਗਰਾਮਾਂ ਵਿੱਚ ਗਿਆ ਜਿੱਥੇ ਮੈਂ ਦਰਜਨਾਂ ਲੋਕਾਂ ਨੂੰ ਖੜੇ ਹੋ ਕੇ ਬੋਲਦੇ ਸੁਣਿਆ ਅਤੇ ਦੂਜਿਆਂ ਨੂੰ ਉਹਨਾਂ ਦੀ ਵਿਅਕਤੀਗਤ ਮਹਾਨਤਾ ਖੋਜਣ ਲਈ ਪ੍ਰੇਰਿਤ ਕਰਦੇ ਦੇਖਿਆ। ਇਹਨਾਂ ਲੋਕਾਂ ਨੇ ਸਿਫਰ ਤੋਂ ਸ਼ੁਰੂਆਤ ਕਰਨ ਦੀ ਆਪਣੀਆਂ ਕਹਾਣੀਆਂ ਦੱਸੀਆਂ ਕਿ ਕਿਵੇਂ ਉਹ ਆਖਰਕਾਰ ਆਪਣੇ ਸਭ ਤੋਂ ਉੱਚੇ ਸੁਪਨਿਆਂ ਤੋਂ ਵੀ ਜ਼ਿਆਦਾ ਦੌਲਤਮੰਦ ਬਣੇ। ਇਹ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਇਹ ਕਾਰੋਬਾਰ ਉਹਨਾਂ ਲੋਕਾਂ ਲਈ ਬਿਲਕੁਲ ਉਹੀ ਕਰ ਰਿਹਾ ਹੈ ਜਿਹੜਾ ਮੇਰੇ ਅਮੀਰ ਡੈਡੀ ਨੇ ਮੈਨੂੰ ਕਰਨ ਨੂੰ ਕਿਹਾ ਸੀ। ਇਹ ਉਹਨਾਂ ਨੂੰ ਕਾਰੋਬਾਰੀ ਸਿਧਾਂਤ ਹੀ ਨਹੀਂ ਸਿਖਾ ਰਿਹਾ ਸੀ, ਇਹ ਤਾਂ ਉਹਨਾਂ ਨੂੰ ਲੀਡਰਸ ਦੇ ਰੂਪ ਵਿੱਚ ਢਾਲ ਰਿਹਾ ਸੀ। ਹਾਲਾਂਕਿ ਉਹ ਢੇਰ ਸਾਰੇ ਪੈਸਿਆਂ ਦੀ ਗੱਲ ਕਰ ਰਹੇ ਸਨ, ਲੇਕਿਨ ਇਹ ਲੋਕ ਦਰਅਸਲ ਦੂਜਿਆਂ ਨੂੰ ਉਹਨਾਂ ਦੇ ਕੋਲ ਤੋਂ ਬਾਹਰ ਨਿਕਲਣ, ਆਪਣੇ ਭੈ ਤੋਂ ਪਾਰ ਜਾ ਕੇ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਲਈ ਪ੍ਰੇਰਿਤ ਕਰ ਰਹੇ ਸਨ। ਇਹਨਾਂ ਲਈ ਇਹ ਜ਼ਰੂਰੀ ਸੀ ਕਿ ਬੁਲਾਰੇ ਕੋਲ ਅਗਵਾਈ ਸੰਬੰਧੀ ਯੋਗਤਾਵਾਂ ਹੋਣ। ਅਗਵਾਈ ਦੀ ਲੋੜ ਇਸ ਲਈ ਪੈਂਦੀ ਹੈ ਕਿਉਂਕਿ ਭਲੇ ਹੀ ਕਈ ਲੋਕ ਸੁਪਨੇ, ਪਰਿਵਾਰ ਨਾਲ ਜ਼ਿਆਦਾ ਸਮਾਂ ਬਤੀਤ ਕਰਨ ਅਤੇ ਸੁਤੰਤਰਤਾ ਵਰਗੇ ਕਿਸੇ ਪਿੱਟੇ ਸ਼ਬਦ ਦੁਹਰਾਉਂਦੇ ਰਹਿੰਦੇ ਹਨ, ਲੇਕਿਨ ਬਹੁਤ ਘੱਟ ਲੋਕ ਇੰਨਾ ਵਿਸ਼ਵਾਸ ਅਤੇ ਪ੍ਰੇਰਨਾ ਜਗਾ ਪਾਉਂਦੇ ਹਨ ਕਿ ਦੂਜੇ ਉਹਨਾਂ ਸ਼ਬਦਾਂ ਦਾ ਪਿੱਛਾ ਕਰਨ ਲੱਗਣ। ਇਹ ਸਹੀ ਸ਼ਬਦਾਂ ਨੂੰ ਰਟਣ ਅਤੇ ਉਹਨਾਂ ਨੂੰ ਦੁਹਰਾਉਣ ਦਾ ਮਾਮਲਾ ਨਹੀਂ ਹੈ, ਇਹ ਤਾਂ ਸ਼ਬਦਾਂ ਰਾਹੀਂ ਦੂਜਿਆਂ ਦੇ ਦਿਲਾਂ ਤੱਕ ਸਿੱਧੇ ਪੁੱਜਣ ਦੀ ਯੋਗਤਾ ਵਿਕਸਿਤ ਕਰਨਾ ਹੈ। ਇਹ ਇੱਕ ਇਹੋ ਜਿਹਾ ਗੁਣ ਹੈ ਜਿਹੜਾ ਸ਼ਬਦਾਂ ਤੋਂ ਪਰੇ ਹੁੰਦਾ ਹੈ। ਇਹ ਅਸਲੀਅਤ ਵਿੱਚ ਅਗਵਾਈ ਹੈ। ਤੁਸੀਂ ਸੋਚ ਸਕਦੇ ਹੋ ਕਿ ਅਗਵਾਈ ਯੋਗਤਾ ਸੰਪਤੀ 1 ਅਸਲੀ ਦੁਨੀਆ ਦੀ ਵਿਹਾਰਿਕ ਸਿੱਖਿਆ ਜਾਂ ਸੰਪਤੀ 2 ਵਿਅਕਤੀਗਤ ਵਿਕਾਸ ਦਾ ਲਾਹੇਵੰਦ ਰਾਹ ਦੇ ਹਿੱਸੇ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ। ਤਾਰਕਿਕ ਗੱਲ ਹੈ, ਤੁਸੀਂ ਦੋਵੇਂ ਹੀ ਪੱਖਾਂ ਵਿੱਚ ਦਲੀਲ ਦੇ ਸਕਦੇ ਹੋ, ਲੇਕਿਨ ਸੱਚਾਈ ਇਹ ਹੈ ਕਿ ਅਗਵਾਈ ਦੀ ਸਮਰੱਥਾ ਇਹੋ ਜਿਹੀਆਂ ਯੋਗਤਾਵਾਂ ਦਾ ਇੰਨਾ ਮੁੱਲਵਾਨ, ਇੰਨਾ ਸ਼ਕਤੀਸ਼ਾਲੀ ਅਤੇ ਇੰਨਾ ਦੁਰਲੱਭ ਸਮੂਹ ਹੈ ਕਿ ਇਹ ਆਪਣੇ ਆਪ ਵਿੱਚ ਇੱਕ ਅਸਲ ਸੰਪਤੀ ਹੈ ਅਤੇ ਇੱਕ ਵੱਖਰਾ ਅਧਿਆਇ ਦੀ ਹੱਕਦਾਰ ਹੈ। ਸਾਰੀਆਂ ਹੋਰ ਵਿਹਾਰਿਕ ਯੋਗਤਾਵਾਂ ਮਹੱਤਵਪੂਰਨ ਹੁੰਦੀਆਂ ਹਨ, ਲੇਕਿਨ ਅਗਵਾਈ ਹੀ ਉਹ ਸ਼ਕਤੀ ਹੈ ਜਿਹੜੀ ਸਾਰੀਆਂ ਚੀਜ਼ਾਂ ਨੂੰ ਨਾਲ ਜੋੜਦੀ ਹੈ। ਅਗਵਾਈ ਹੀ ਉਹ ਸ਼ਕਤੀ ਹੈ ਜਿਸ ਦੀ ਬਦੌਲਤ ਕੋਈ ਕਾਰੋਬਾਰ ਬਿਹਤਰੀਨ ਬਣਦਾ ਹੈ। ਸ਼ਬਦਾਂ ਨੂੰ ਸਿੱਧੇ ਦਿਲ ਤਾਈਂ ਪਹੁੰਚਾਉਣਾ। ਮੈਂ 50 ਤੋਂ 60 ਦੇ ਦਹਾਕੇ ਵਿੱਚ ਵੱਡਾ ਹੋਇਆ ਸੀ। ਉਸ ਵਕਤ ਜੌਨ ਐਫ ਕੈਨੇਡੀ ਉਹਨਾਂ ਮਹਾਨਤਮ ਬੁਲਾਰਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਮੈਂ ਸੁਣਿਆ ਸੀ। ਜਦੋਂ ਮਈ 1961 ਵਿੱਚ ਉਹਨਾਂ ਨੇ ਅਮਰੀਕਾ ਨੂੰ ਦੱਸਿਆ ਕਿ ਅਸੀਂ ਇੱਕ ਦਹਾਕੇ ਦੇ ਅੰਦਰ ਇਨਸਾਨ ਨੂੰ ਚੰਦਰਮਾ ਤੱਕ ਪਹੁੰਚਾਉਣ ਵਾਲੇ ਹਾਂ, ਤਾਂ ਸਾਡੇ ਵਿਗਿਆਨਕਾਂ ਨੂੰ ਦਰਅਸਲ ਜ਼ਰਾ ਵੀ ਪਤਾ ਨਹੀਂ ਸੀ ਕਿ ਅਸੀਂ ਇੰਨਾ ਵੱਡਾ ਕੰਮ ਕਿਵੇਂ ਕਰ ਸਕਾਂਗੇ। ਇਹ ਤਾਂਘ ਤੋਂ ਪਰੇ ਸੀ, ਇਹ ਤਾਂ ਅਕਲਪਤ ਸੀ, ਲੇਕਿਨ ਇਸ ਦੇ ਬਾਵਜੂਦ ਅਸੀਂ ਇਹ ਕਰ ਵਿਖਾਇਆ। ਹਾਲਾਂਕਿ 3 ਸਾਲ ਦੇ ਅੰਦਰ ਹੀ ਕੈਨੇਡੀ ਦੀ ਹੱਤਿਆ ਹੋ ਗਈ, ਲੇਕਿਨ ਉਹਨਾਂ ਦੀ ਅਗਵਾਈ ਇੰਨੀ ਪ੍ਰਬਲ ਅਤੇ ਸ਼ਕਤੀਸ਼ਾਲੀ ਸੀ ਕਿ ਉਹਨਾਂ ਦਾ ਸੁਪਨਾ ਉਹਨਾਂ ਦੀ ਮੌਤ ਤੋਂ ਬਾਅਦ ਕਾਇਮ ਰਿਹਾ। ਉਹਨਾਂ ਦੀ ਹੱਤਿਆ ਦੇ ਬਾਵਜੂਦ, ਵੀਅਤਨਾਮ ਦੀ ਆਫਤ ਦੇ ਬਾਵਜੂਦ, ਦੇਸ਼ ਵਿੱਚ ਦੰਗਿਆਂ ਅਤੇ ਮਤਭਿੰਨਤਾ ਦੇ ਬਾਵਜੂਦ ਅਤੇ ਕੈਨੇਡੀ ਦੇ ਉਪ ਰਾਸ਼ਟਰਪਤੀ ਤੋਂ ਬਾਅਦ ਉਹਨਾਂ ਦਾ ਸਾਬਕਾ ਵਿਰੋਧੀ ਰਿਚਰਡ ਨਿਕਸਨ ਦੇ 1968 ਵਿੱਚ ਰਾਸ਼ਟਰਪਤੀ ਬਣਨ ਦੇ ਬਾਵਜੂਦ ਅਸੀਂ ਕੀ ਕੀਤਾ? ਅਸੀਂ 1969 ਵਿੱਚ ਇਨਸਾਨ ਨੂੰ ਚੰਦਰਮਾ ਉੱਤੇ ਪਹੁੰਚਾ ਦਿੱਤਾ, ਨਿਸ਼ਚਿਤ ਤੌਰ ਤੇ ਇੱਕ ਦਹਾਕੇ ਦੇ ਅੰਦਰ। ਇਹੀ ਅਗਵਾਈ ਹੈ, ਤੁਹਾਡੇ ਦੱਸੇ ਗਏ ਸੁਪਨੇ ਦੀ ਪ੍ਰਬਲ ਸ਼ਕਤੀ ਰਾਹੀਂ ਕੰਮ ਕਰਵਾਉਣ ਦੀ ਸ਼ਕਤੀ। ਸੱਚੇ ਲੀਡਰਸ ਪਹਾੜ ਵੀ ਹਿਲਾ ਸਕਦੇ ਹਨ। ਵੀਅਤਨਾਮ ਵਿੱਚ ਮੈਂ ਖੋਜਿਆ ਕਿ ਮਹਾਨ ਲੀਡਰਸ ਸਖਤ ਨਹੀਂ ਸਨ ਜਿਹੜੇ ਚੀਕਦੇ ਹੋਣ ਜਾਂ ਹੋਰਾਂ ਨੂੰ ਅਪਮਾਨਿਤ ਕਰਦੇ ਹੋਣ। ਮੈਂ ਜਾਣਿਆ ਕਿ ਜੰਗ ਦੀ ਗਰਮੀ ਦੇ ਵਿੱਚ ਵੀ ਮਹਾਨ ਸਾਹਸੀ ਲੀਡਰਸ ਆਮ ਤੌਰ ਉੱਤੇ ਸ਼ਾਂਤ ਰਹਿੰਦੇ ਸਨ, ਲੇਕਿਨ ਜਦੋਂ ਵੀ ਉਹ ਬੋਲਦੇ ਸਨ ਤਾਂ ਉਹਨਾਂ ਦੇ ਸ਼ਬਦ ਸਾਡੇ ਦਿਲਾਂ ਅਤੇ ਆਤਮਾਵਾਂ ਤੱਕ ਪਹੁੰਚ ਜਾਂਦੇ ਸਨ। ਸਾਰੇ ਮਹਾਨ ਲੀਡਰਸ ਮਹਾਨ ਕਹਾਣੀਕਾਰ ਸਨ ਜਿਹੜੇ ਆਪਣੇ ਸੁਪਨਿਆਂ ਨੂੰ ਇੰਨੇ ਸਜੀਵ ਤਰੀਕੇ ਨਾਲ ਸੰਚਾਰਿਤ ਕਰ ਸਕਦੇ ਸਨ ਕਿ ਬਾਕੀ ਲੋਕ ਵੀ ਉਸ ਦੀ ਸਾਕਾਰ ਤਸਵੀਰ ਦੇਖ ਲੈਂਦੇ ਸਨ। ਈਸਾ ਮਸੀਹ, ਬੁੱਧ, ਮਦਰ ਟਰੇਸਾ, ਗਾਂਧੀ, ਮੁਹੰਮਦ ਨੂੰ ਦੇਖੋ, ਉਹ ਸਾਰੇ ਮਹਾਨ ਲੀਡਰਸ ਸਨ, ਜਿਸ ਦਾ ਅਰਥ ਹੈ ਕਿ ਉਹ ਮਹਾਨ ਕਹਾਣੀਕਾਰ ਸਨ। ਪੈਸਾ ਸਭ ਤੋਂ ਵਧੀਆ ਪ੍ਰੋਡਕਟਸ ਜਾਂ ਸੇਵਾ ਵਾਲੇ ਕਾਰੋਬਾਰ ਵੱਲ ਆਕਰਸ਼ਿਤ ਨਹੀਂ ਹੁੰਦਾ, ਇਹ ਤਾਂ ਸਭ ਤੋਂ ਚੰਗੇ ਲੀਡਰਸ ਵਾਲੇ ਕਾਰੋਬਾਰ ਵੱਲ ਪ੍ਰਵਾਹਿਤ ਹੁੰਦਾ ਹੈ। ਜਿਹੜਾ ਕਾਰੋਬਾਰ ਆਪਣੀ ਕਹਾਣੀ ਦੱਸਣ ਦਾ ਤਰੀਕਾ ਭੁੱਲ ਗਿਆ ਹੈ, ਉਸ ਦਾ ਧੰਦਾ ਵੀ ਛੇਤੀ ਹੀ ਚੌਪਟ ਹੋ ਜਾਂਦਾ ਹੈ, ਭਲੇ ਹੀ ਉਸ ਦੇ ਕੋਲ ਟਨਾ ਸਮਾਨ ਪਿਆ ਹੋਵੇ। ਜਦੋਂ ਮੈਂ ਕੋਈ ਇਹੋ ਜਿਹੀ ਕੰਪਨੀ ਦੇਖਦਾ ਹਾਂ ਜਿਹੜੀ ਆਰਥਿਕ ਤੌਰ ਤੇ ਸੰਘਰਸ਼ ਕਰ ਰਹੀ ਹੈ, ਤਾਂ ਇਹੋ ਜਿਹਾ ਅਕਸਰ ਇਸ ਲਈ ਹੁੰਦਾ ਹੈ ਕਿਉਂਕਿ ਉਸ ਦਾ ਲੀਡਰ ਕੰਪਨੀ ਦੇ ਸੁਪਨੇ ਨੂੰ ਸੰਚਾਰਿਤ ਨਹੀਂ ਕਰ ਪਾਉਂਦਾ, ਉਹ ਕਹਾਣੀ ਨਹੀਂ ਦੱਸ ਪਾਉਂਦਾ। ਉਹ ਲੀਡਰ ਸਮਾਰਟ ਤਾਂ ਹੋ ਸਕਦਾ ਹੈ, ਲੇਕਿਨ ਸੰਚਾਰਨ ਦੇ ਮਾਮਲੇ ਵਿੱਚ ਕਮਜ਼ੋਰ ਹੁੰਦਾ ਹੈ। B ਕੁਆਡਰੈਂਟ ਲਈ ਤੁਹਾਨੂੰ ਅਗਵਾਈ ਦੀ ਜਿਹੜੀ ਯੋਗਤਾਵਾਂ ਦੀ ਲੋੜ ਹੁੰਦੀ ਹੈ, ਉਹ
ਉਹ ਉਹਨਾਂ ਪ੍ਰਬੰਧਨ ਯੋਗਤਾਵਾਂ ਤੋਂ ਬਹੁਤ ਜੁਦਾ ਹੁੰਦੀ ਹੈ ਜਿਨ੍ਹਾਂ ਦੀ ਤੁਹਾਨੂੰ E ਅਤੇ S ਕੁਆਡਰੈਂਟਸ ਵਿੱਚ ਸਾਰਿਆਂ ਤੋਂ ਵੱਧ ਲੋੜ ਹੁੰਦੀ ਹੈ। ਮੈਨੂੰ ਗਲਤ ਨਾ ਸਮਝਿਓ, ਪ੍ਰਬੰਧਨ ਦੀ ਯੋਗਤਾਵਾਂ ਮਹੱਤਵਪੂਰਨ ਹਨ, ਲੇਕਿਨ ਪ੍ਰਬੰਧਨ ਅਤੇ ਅਗਵਾਈ ਦੀ ਯੋਗਤਾਵਾਂ ਵਿੱਚ ਬੜਾ ਫਰਕ ਹੁੰਦਾ ਹੈ। ਜ਼ਰੂਰੀ ਨਹੀਂ ਹੈ ਕਿ ਮੈਨੇਜਰਸ ਲੀਡਰ ਹੋਣ ਅਤੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਲੀਡਰਸ ਮੈਨੇਜਰ ਹੋਣ। ਮੈਂ ਇਸ ਕੁਆਡਰੈਂਟ ਦੇ ਕਈ ਮਾਹਰਾਂ ਜਾਂ ਛੋਟੇ ਕਾਰੋਬਾਰ ਮਾਲਕਾਂ ਨਾਲ ਮਿਲਦਾ ਹਾਂ ਜਿਹੜੇ ਆਪਣੇ ਕਾਰੋਬਾਰ ਦਾ ਵਿਸਤਾਰ ਤਾਂ ਕਰਨਾ ਚਾਹੁੰਦੇ ਹਨ, ਲੇਕਿਨ ਇੱਕੋ ਕਾਰਨ ਕਰਕੇ ਇੰਜ ਨਹੀਂ ਕਰ ਪਾਉਂਦੇ। ਉਹਨਾਂ ਵਿੱਚ ਅਗਵਾਈ ਕਰਨ ਦੀ ਯੋਗਤਾ ਨਹੀਂ ਹੁੰਦੀ। ਕੋਈ ਵੀ ਉਹਨਾਂ ਦਾ ਅਨੁਸਰਨ ਕਰਨਾ ਨਹੀਂ ਚਾਹੁੰਦਾ। ਕਰਮਚਾਰੀ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ, ਨਾ ਹੀ ਉਹਨਾਂ ਕੋਲੋਂ ਪ੍ਰੇਰਿਤ ਹੁੰਦੇ ਹਨ। ਮੈਂ ਮਿਡਲ ਕਲਾਸ ਦੇ ਕਈ ਇਹੋ ਜਿਹੇ ਮੈਨੇਜਰਾਂ ਨੂੰ ਮਿਲਿਆ ਹਾਂ ਜਿਹੜੇ ਕੰਪਨੀ ਦੀਆਂ ਉਤਲੀਆਂ ਪੌੜੀਆਂ ਚੜ੍ਹਨ ਲਈ ਇਸ ਲਈ ਨਾਕਾਮ ਰਹਿੰਦੇ ਹਨ ਕਿਉਂਕਿ ਉਹ ਦੂਜਿਆਂ ਨਾਲ ਸੰਵਾਦ ਨਹੀਂ ਕਰ ਪਾਉਂਦੇ। ਸੰਸਾਰ ਇਹੋ ਜਿਹੇ ਇਕੱਲਿਆਂ ਲੋਕਾਂ ਨਾਲ ਭਰਿਆ ਹੋਇਆ ਹੈ ਜਿਹੜੇ ਆਪਣੇ ਸੁਪਨੇ ਦਾ ਇਸਤਰੀ ਪੁਰਖ ਸਿਰਫ ਇਸ ਲਈ ਨਹੀਂ ਖੋਜ ਪਾਉਂਦੇ ਕਿਉਂਕਿ ਉਹ ਇਹ ਸੰਚਾਰਿਤ ਹੀ ਨਹੀਂ ਕਰ ਪਾਉਂਦੇ ਕਿ ਉਹ ਕਿੰਨੇ ਚੰਗੇ ਇਨਸਾਨ ਹਨ। ਸੰਵਾਦ ਜੀਵਨ ਦੇ ਹਰ ਪਹਿਲੂ ਉੱਤੇ ਅਸਰ ਪਾਉਂਦਾ ਹੈ ਅਤੇ ਇਹੀ ਉਹ ਨੰਬਰ 1 ਯੋਗਤਾ ਹੈ ਜਿਹੜੀ ਨੈਟਵਰਕ ਮਾਰਕੀਟਿੰਗ ਤੁਹਾਨੂੰ ਸਿਖਾਉਂਦੀ ਹੈ। ਨੈਟਵਰਕ ਮਾਰਕੀਟਿੰਗ ਲੀਡਰਸ ਕਈ ਵਾਰ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਭੁਗਤਾਨ ਪਾਉਣ ਵਾਲੇ ਕਹਾਣੀਕਾਰ ਕਹਿੰਦੇ ਹਨ। ਅਸਲ ਵਿੱਚ ਉਹਨਾਂ ਦਾ ਸਭ ਤੋਂ ਜ਼ਿਆਦਾ ਭੁਗਤਾਨ ਪਾਉਣ ਵਾਲਾ ਕਹਾਣੀਕਾਰ ਹੋਣ ਦਾ ਕਾਰਨ ਬੜਾ ਸਿੱਧਾ ਜਿਹਾ ਹੈ। ਉਹ ਦਰਅਸਲ ਸਭ ਤੋਂ ਚੰਗੇ ਕਹਾਣੀਕਾਰ ਹੁੰਦੇ ਹਨ। ਨੈਟਵਰਕ ਮਾਰਕੀਟਿੰਗ ਦੀ ਵਿਹਾਰਿਕ ਸਿਖਲਾਈਆਂ ਵਿੱਚ ਹਿੱਸਾ ਲੈਣ ਕਾਰਨ ਮੈਨੂੰ ਕਈ ਬੇਹੱਦ ਸਫਲ ਅਸਲ ਦੁਨੀਆ ਦੇ ਕਾਰੋਬਾਰ ਮਾਲਕਾਂ ਨਾਲ ਮਿਲਣ ਦਾ ਅਵਸਰ ਮਿਲਿਆ ਜਿਨ੍ਹਾਂ ਨੇ ਆਪਣੇ ਵਪਾਰ ਸਿਫਰ ਤੋਂ ਸ਼ੁਰੂ ਕੀਤੇ ਸਨ। ਕਈ ਬਿਹਤਰੀਨ ਟੀਚਰ ਸਨ ਕਿਉਂਕਿ ਉਹ ਸਿਧਾਂਤ ਨਹੀਂ ਅਨੁਭਵ ਸਿਖਾ ਰਹੇ ਸਨ। ਕਈ ਸੈਮੀਨਾਰਾਂ ਵਿੱਚ ਮੈਂ ਆਮ ਕਰਕੇ ਉਹਨਾਂ ਦੀ ਬਿਨਾਂ ਲਾਗ ਲਪੇਟ ਦੀਆਂ ਗੱਲਾਂ ਤੇ ਸਹਿਮਤੀ ਨਾਲ ਸਿਰ ਹਿਲਾਉਣ ਲੱਗਦਾ ਸੀ ਜਦੋਂ ਉਹ ਦੱਸਦੇ ਸਨ ਕਿ ਕਾਰੋਬਾਰ ਦੀ ਅਸਲੀ ਦੁਨੀਆ ਵਿੱਚ ਬਚੇ ਰਹਿਣ ਲਈ ਕਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਸੈਮੀਨਾਰਾਂ ਤੋਂ ਬਾਅਦ ਮੈਂ ਅਕਸਰ ਨਿਰਦੇਸ਼ਕਾਂ ਨਾਲ ਗੱਲ ਕਰਦਾ ਸੀ। ਮੈਂ ਇਸ ਗੱਲ ਉੱਤੇ ਹੈਰਾਨ ਹੁੰਦਾ ਸੀ ਕਿ ਉਹਨਾਂ ਨੇ ਕਿੰਨਾ ਸਾਰਾ ਪੈਸਾ ਕਮਾਇਆ, ਨਾ ਸਿਰਫ ਕਾਰੋਬਾਰ ਤੋਂ ਬਲਕਿ ਨਿਵੇਸ਼ਾਂ ਤੋਂ ਵੀ। ਕਈਆਂ ਨੇ ਤਾਂ ਅਮਰੀਕੀ ਕੰਪਨੀਆਂ ਦੇ ਕਈ ਮੋਹਰੀ ਸੀਈਓਜ਼ ਤੋਂ ਵੀ ਬੜੇ ਜ਼ਿਆਦਾ ਪੈਸੇ ਬਣਾਏ ਸਨ। ਬਹਰਹਾਲ ਇਹਨਾਂ ਨਿਰਦੇਸ਼ਕਾਂ ਵਿੱਚ ਇੱਕ ਇਹੋ ਜਿਹੀ ਚੀਜ਼ ਸੀ ਜਿਸ ਨਾਲ ਮੈਂ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋਇਆ। ਹਾਲਾਂਕਿ ਉਹ ਅਮੀਰ ਸਨ ਅਤੇ ਉਹਨਾਂ ਨੂੰ ਇਹੋ ਜਿਹੇ ਪ੍ਰੋਗਰਾਮ ਦੇਣ ਦੀ ਨਿਸ਼ਚਿਤ ਹੀ ਲੋੜ ਨਹੀਂ ਸੀ, ਲੇਕਿਨ ਉਹਨਾਂ ਵਿੱਚੋਂ ਆਪਣੇ ਸਾਥੀਆਂ ਨੂੰ ਸਿਖਾਉਣ ਅਤੇ ਉਹਨਾਂ ਦੀ ਮਦਦ ਕਰਨ ਦਾ ਜੋਸ਼ ਸੀ। ਮੈਨੂੰ ਅਹਿਸਾਸ ਹੋਣ ਲੱਗਾ ਕਿ ਨੈਟਵਰਕ ਮਾਰਕੀਟਿੰਗ ਕਾਰੋਬਾਰ ਇਸ ਗੱਲ ਤੇ ਆਧਾਰਿਤ ਹੈ ਕਿ ਲੀਡਰਸ ਲੋਕਾਂ ਨੂੰ ਉੱਪਰ ਖਿੱਚਣ, ਜਦੋਂ ਕਿ ਰਵਾਇਤੀ ਕੰਪਨੀਆਂ ਜਾਂ ਸਰਕਾਰੀ ਸੰਸਥਾਵਾਂ ਕੇਵਲ ਕੁਝ ਹੀ ਲੋਕਾਂ ਨੂੰ ਤਰੱਕੀ ਦੇਣ ਉੱਤੇ ਆਧਾਰਿਤ ਹਨ, ਜਦੋਂ ਕਿ ਜ਼ਿਆਦਾਤਰ ਕਰਮਚਾਰੀਆਂ ਨੂੰ ਨੇਮਬੱਧ ਤਨਖਾਹਾਂ ਨਾਲ ਸੰਤੁਸ਼ਟ ਰੱਖਿਆ ਜਾਂਦਾ ਹੈ। ਨੈਟਵਰਕ ਮਾਰਕੀਟਿੰਗ ਜਗਤ ਦੇ ਇਹ ਨਿਰਦੇਸ਼ਕ ਇਹ ਨਹੀਂ ਕਹਿ ਰਹੇ ਸਨ ਜੇਕਰ ਤੁਸੀਂ ਪ੍ਰਦਰਸ਼ਨ ਨਹੀਂ ਕਰਦੇ ਹੋ ਤਾਂ ਤੁਹਾਡੀ ਨੌਕਰੀ ਚਲੀ ਜਾਵੇਗੀ। ਇਸ ਦੀ ਬਜਾਏ ਉਹ ਇਹ ਕਹਿ ਰਹੇ ਸਨ, ਆਓ ਮੈਂ ਬਿਹਤਰ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਤੁਹਾਡੀ ਮਦਦ ਕਰਦਾ ਹਾਂ। ਜਦੋਂ ਤੱਕ ਤੁਸੀਂ ਸਿੱਖਣਾ ਚਾਹੁੰਦੇ ਹੋ ਤਦੋਂ ਤੱਕ ਮੈਂ ਤੁਹਾਡੇ ਲਈ ਹਮੇਸ਼ਾ ਮੌਜੂਦ ਰਹਾਂਗਾ। ਅਸੀਂ ਇੱਕੋ ਹੀ ਟੀਮ ਵਿੱਚ ਹਾਂ। ਇੱਕ ਬਹੁਤ ਖਾਸ ਤਰ੍ਹਾਂ ਦਾ ਲੀਡਰ ਅਗਵਾਈ ਗੁਣ ਕਈ ਲੋਕਾਂ ਅੰਦਰ ਹੁੰਦੇ ਹਨ, ਲੇਕਿਨ ਉਹ ਬਾਹਰ ਪ੍ਰਗਟ ਨਹੀਂ ਹੋ ਪਾਉਂਦੇ। ਉਹਨਾਂ ਨੂੰ ਕਦੇ ਮੌਕਾ ਹੀ ਨਹੀਂ ਮਿਲਦਾ। ਮੇਰੇ ਅਮੀਰ ਡੈਡੀ ਇਹ ਗੱਲ ਸਮਝਦੇ ਸਨ। ਉਹਨਾਂ ਨੇ ਮੈਨੂੰ ਮੈਰੀਨ ਕਾਰਪਸ ਅਤੇ ਇਸ ਤੋਂ ਬਾਅਦ ਵੀਅਤਨਾਮ ਜਾਣ ਲਈ ਉਤਸ਼ਾਹਿਤ ਕੀਤਾ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਜਾਣਦੇ ਸਨ ਕਿ ਇਸ ਨਾਲ ਮੇਰੀ ਅਗਵਾਈ ਯੋਗਤਾਵਾਂ ਦਾ ਵਿਕਾਸ ਹੋਵੇਗਾ। ਲੇਕਿਨ ਆਪਣੇ ਅੰਦਰ ਦੇ ਲੀਡਰ ਨੂੰ ਪ੍ਰਗਟ ਕਰਨ ਲਈ ਤੁਹਾਨੂੰ ਨੌ ਸੈਨਾ ਵਿੱਚ ਜਾਣ ਦੀ ਲੋੜ ਨਹੀਂ ਹੈ। ਤੁਹਾਨੂੰ ਉਹ ਮੌਕਾ ਨੈਟਵਰਕ ਮਾਰਕੀਟਿੰਗ ਰਾਹੀਂ ਵੀ ਮਿਲ ਸਕਦਾ ਹੈ ਅਤੇ ਨੈਟਵਰਕ ਮਾਰਕੀਟਿੰਗ ਦੇ ਅਗਵਾਈ ਪ੍ਰੋਗਰਾਮ ਦੀ ਸੱਚੀ ਸੁੰਦਰਤਾ ਸਿਰਫ ਇਸੇ ਤੱਥ ਵਿੱਚ ਅੰਤਰੀਵ ਨਹੀਂ ਹੈ ਕਿ ਇਸ ਨਾਲ ਅਗਵਾਈ ਦਾ ਵਿਕਾਸ ਹੁੰਦਾ ਹੈ। ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਇਸ ਨਾਲ ਇੱਕ ਖਾਸ ਪ੍ਰਕਾਰ ਦੀ ਅਗਵਾਈ ਪ੍ਰਗਟ ਹੁੰਦੀ ਹੈ। ਫੌਜ ਇਸ ਤਰ੍ਹਾਂ ਦੇ ਲੀਡਰ ਤਿਆਰ ਕਰਦੀ ਹੈ ਜਿਹੜੇ ਲੋਕਾਂ ਨੂੰ ਆਪਣੇ ਦੇਸ਼ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਨ। ਵਿਹਾਰਿਕ ਜਗਤ ਇਸ ਤਰ੍ਹਾਂ ਦੇ ਲੀਡਰ ਤਿਆਰ ਕਰਦਾ ਹੈ ਜਿਹੜਾ ਮੁਕਾਬਲੇ ਵਿੱਚ ਹਰਾਉਣ ਲਈ ਟੀਮਾਂ ਬਣਾਏ। ਨੈਟਵਰਕ ਮਾਰਕੀਟਿੰਗ ਇਸ ਤਰ੍ਹਾਂ ਦੇ ਲੀਡਰ ਵਿਕਸਿਤ ਕਰਦੀ ਹੈ ਜਿਹੜਾ ਬਿਹਤਰੀਨ ਟੀਚਰ ਬਣ ਦੂਜਿਆਂ ਨੂੰ ਪ੍ਰਭਾਵਿਤ ਕਰੇ ਅਤੇ ਉਹਨਾਂ ਨੂੰ ਸੁਪਨਿਆਂ ਦਾ ਪਿੱਛਾ ਕਰਨਾ ਸਿਖਾ ਕੇ ਉਹਨਾਂ ਦੇ ਜੀਵਨ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਵੀ ਸਿਖਾਏ। ਦੁਸ਼ਮਣ ਨੂੰ ਹਰਾਉਣ ਜਾਂ ਵਿਰੋਧੀਆਂ ਨੂੰ ਢਹਿ ਢੇਰੀ ਕਰਨ ਦੀ ਬਜਾਏ ਜ਼ਿਆਦਾਤਰ ਨੈਟਵਰਕ ਮਾਰਕੀਟਿੰਗ ਲੀਡਰਸ ਦੂਜਿਆਂ ਨੂੰ ਪ੍ਰੇਰਿਤ ਕਰਦੇ ਹਨ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਦੁਨੀਆ ਵਿੱਚ ਮੌਜੂਦ ਆਰਥਿਕ ਸੰਪੰਨਤਾ ਨੂੰ ਪਾਉਣ ਦਾ ਤਰੀਕਾ ਵੀ ਸਿਖਾਉਂਦੇ ਹਨ। ਅਗਵਾਈ ਦੀ ਸਮਰੱਥਾ ਵਿਕਸਿਤ ਕਰਨ ਦਾ ਮੌਕਾ ਇੱਕ ਇਹੋ ਜਿਹਾ ਜੀਵਨ ਮੁੱਲ ਹੈ ਜਿਹੜਾ ਨੈਟਵਰਕ ਮਾਰਕੀਟਿੰਗ ਦੇ ਮਾਮਲੇ ਵਿੱਚ ਅਨੂਠਾ ਤੇ ਅੰਤਰੀਵ ਹੈ। ਨਿਸ਼ਚਿਤ ਤੌਰ ਤੇ ਤੁਸੀਂ ਕਿਸੇ ਹੋਰ ਖੇਤਰ ਵਿੱਚ ਜਾ ਕੇ ਅਗਵਾਈ ਦੇ ਗੁਰ ਸਿੱਖ ਸਕਦੇ ਹੋ। ਇੰਜ ਤਾਂ
ਫੌਜ, ਸਰਕਾਰ, ਕੰਪਨੀ ਅਤੇ ਜੀਵਨ ਦੇ ਹਰ ਖੇਤਰ ਵਿੱਚ ਲੀਡਰਜ਼ ਉਤਪੰਨ ਹੁੰਦੇ ਹਨ, ਲੇਕਿਨ ਬਹੁਤ ਜ਼ਿਆਦਾ ਨਹੀਂ। ਵਾਸਤਵਿਕ ਅਗਵਾਈ ਬੜੀ ਦੁਰਲੱਭ ਹੁੰਦੀ ਹੈ ਨੈਟਵਰਕ ਮਾਰਕੀਟਿੰਗ ਨੂੰ ਛੱਡ ਕੇ। ਜੌਨ ਬੜੇ ਹੀ ਦਿਲਚਸਪ ਅੰਦਾਜ਼ ਵਿੱਚ ਦੱਸਦੇ ਹਨ ਕਿ ਇੰਜ ਕਿਉਂ ਹੈ। ਜੌਨ, ਨੈਟਵਰਕ ਮਾਰਕੀਟਿੰਗ ਦੇ ਬਾਰੇ ਅਨੁੱਠੀ ਗੱਲ ਇਹ ਹੈ ਕਿ ਇਹ ਇੱਕ ਇਹੋ ਜਿਹੀ ਵਿਆਪਕ ਭੁਗਤਾਨ ਪ੍ਰਣਾਲੀ ਹੈ ਜਿਸ ਵਿੱਚ 100% ਲੋਕ ਆਪਣੀ ਮਰਜ਼ੀ ਨਾਲ ਆਉਂਦੇ ਹਨ। ਤੁਹਾਨੂੰ ਇੱਕ ਵੀ ਇਹੋ ਜਿਹਾ ਨੈਟਵਰਕ ਮਾਰਕੀਟਿੰਗ ਡਿਸਟ੍ਰੀਬਿਊਟਰ ਨਹੀਂ ਮਿਲੇਗਾ ਜਿਸ ਨੂੰ ਸਮੇਂ ਤੇ ਆਫਿਸ ਆਉਣਾ ਪੈਂਦਾ ਹੋਵੇ ਜਾਂ ਹਾਜ਼ਰੀ ਦੇਣੀ ਪੈਂਦੀ ਹੋਵੇ। ਸੁਤੰਤਰ ਪ੍ਰਤੀਨਿਧੀਆਂ ਦੇ ਤੌਰ ਤੇ ਕਿਸੇ ਨੂੰ ਵੀ ਨੌਕਰੀ ਉੱਤੇ ਰੱਖਿਆ ਜਾਂ ਕੱਢਿਆ ਨਹੀਂ ਜਾਂਦਾ। ਇੱਥੇ ਹਰ ਵਿਅਕਤੀ ਸਵੈ ਇੱਛਾ ਨਾਲ ਕੰਮ ਕਰਦਾ ਹੈ। ਕੋਈ ਵੀ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਕੀ ਕਰਨਾ ਹੈ, ਕੋਈ ਵੀ ਤੁਹਾਨੂੰ ਹੁਕਮ ਨਹੀਂ ਦੇ ਸਕਦਾ। ਤਾਂ ਫਿਰ ਇਹ ਕੰਮ ਕਿਵੇਂ ਕਰਦਾ ਹੈ? ਆਖਿਰ ਇਹ ਮਸ਼ੀਨ ਚੱਲਦੀ ਕਿਸ ਇੰਜਨ ਦੇ ਜ਼ੋਰ ਤੇ? ਜਵਾਬ ਇੱਕੋ ਹੀ ਸ਼ਬਦ ਵਿੱਚ ਦਿੱਤਾ ਜਾ ਸਕਦਾ ਹੈ, ਅਗਵਾਈ। ਅਤੇ ਜਿਹੜੀ ਅਗਵਾਈ ਤੁਸੀਂ ਆਪਣੇ ਨੈਟਵਰਕ ਮਾਰਕੀਟਿੰਗ ਕਾਰ ਵਿਹਾਰ ਵਿੱਚ ਵਿਕਸਿਤ ਕਰਦੇ ਹੋ ਉਹ ਤੁਹਾਡੇ ਜੀਵਨ ਦੇ ਹੋਰ ਪਹਿਲੂਆਂ ਤੇ ਵੀ ਨਜ਼ਰ ਆਉਣ ਲੱਗਦਾ ਹੈ। ਅਗਵਾਈ ਦੇ 4 ਤੱਤ: ਮਾਨਸਿਕ, ਭਾਵਨਾਤਮਕ, ਅਧਿਆਤਮਕ, ਸਰੀਰਕ। ਰਵਾਇਤੀ ਸਕੂਲ ਤੁਹਾਨੂੰ ਇੱਕ ਚੰਗਾ ਕਰਮਚਾਰੀ ਬਣਾਉਣ ਲਈ ਸਿਖਲਾਈ ਦਿੰਦੇ ਹਨ। ਉਹ ਕੇਵਲ ਇੱਕੋ ਹੀ ਚੀਜ਼ ਤੇ ਧਿਆਨ ਕੇਂਦਰਿਤ ਕਰਦੇ ਹਨ, ਤੁਹਾਡੀ ਮਾਨਸਿਕ ਯੋਗਤਾ। ਜੇਕਰ ਤੁਸੀਂ ਸਮੀਕਰਨ ਸੁਲਝਾ ਸਕਦੇ ਹੋ ਅਤੇ ਪ੍ਰੀਖਿਆ ਵਿੱਚ ਚੰਗੇ ਨੰਬਰ ਲਿਆ ਸਕਦੇ ਹੋ ਤਾਂ ਤੁਹਾਨੂੰ ਕੰਪਨੀ ਚਲਾਉਣ ਲਾਇਕ ਸਮਾਰਟ ਮੰਨ ਲਿਆ ਜਾਂਦਾ ਹੈ। ਇਹ ਮੂਰਖਤਾਪੂਰਨ ਹੈ। ਮੈਂ ਜੇਕਰ ਅੱਜ ਇੱਕ ਸਫਲ ਉਦਮੀ ਹਾਂ ਤਾਂ ਉਸ ਦਾ ਕਾਰਨ ਹੈ ਨੌ ਸੈਨਾ ਵਿੱਚ ਮੈਨੂੰ ਮਿਲੀ ਸਿਖਲਾਈ। ਮਿਲਟਰੀ ਸਕੂਲਜ਼ ਤੁਹਾਨੂੰ ਬਿਹਤਰੀਨ ਲੀਡਰ ਬਣਾਉਣ ਲਈ ਤਿਆਰ ਕਰਦੇ ਹਨ ਅਤੇ ਇਸ ਦੇ ਲਈ ਉਹ ਤੁਹਾਡੀ ਮਾਨਸਿਕ ਹੀ ਨਹੀਂ ਬਲਕਿ ਭਾਵਨਾਤਮਕ, ਸਰੀਰਕ, ਰੂਹਾਨੀ ਯੋਗਤਾ ਉੱਤੇ ਵੀ ਧਿਆਨ ਕੇਂਦਰਿਤ ਕਰਦੇ ਹਨ। ਉਹ ਤੁਹਾਨੂੰ ਸਿਖਾਉਂਦੇ ਹਨ ਕਿ ਭਾਰੀ ਦਬਾਅ ਵਿੱਚ ਵੀ ਕਿਵੇਂ ਕੰਮ ਕੀਤਾ ਜਾਵੇ। ਮੈਨੂੰ ਵੀਅਤਨਾਮ ਵਿੱਚ ਹੈਲੀਕਾਪਟਰ ਉਡਾਉਣ ਦੀ ਸਿਖਲਾਈ ਮਿਲੀ ਸੀ, ਲੇਕਿਨ ਆਪਣੀ ਰੂਹਾਨੀਅਤ ਨੂੰ ਵਿਕਸਿਤ ਕੀਤੇ ਬਿਨਾਂ ਮੈਂ ਕਦੇ ਮੁੜ ਕੇ ਨਹੀਂ ਆ ਪਾਉਂਦਾ। ਸਰੀਰਕ, ਉਸ ਦੇ ਕਮਜ਼ੋਰ ਹੋਣ ਤੇ ਡਰ ਭਾਵਨਾ ਹਾਵੀ ਹੋ ਜਾਂਦੀ ਅਤੇ ਗੋਲੀਆਂ ਚਲਾਉਣ ਦੇ ਕੰਮ ਵਿੱਚ ਮੇਰੇ ਗੜਬੜਾਉਣ ਦੀ ਸ਼ੰਕਾ ਸੀ। ਇਹਨਾਂ ਚਾਰੇ ਤੱਤਾਂ ਮਾਨਸਿਕ, ਭਾਵਨਾਤਮਕ, ਸਰੀਰਕ ਅਤੇ ਅਧਿਆਤਮਕ ਦੇ ਤਾਲਮੇਲ ਨਾਲ ਕੰਮ ਕਰਨ ਨਾਲ ਮੈਨੂੰ ਆਪਣੇ ਮਿਸ਼ਨ ਅੰਦਰ ਕਾਮਯਾਬ ਹੋਣ ਵਿੱਚ ਮਦਦ ਮਿਲੀ। ਇਸ ਨਾਲ ਮੈਨੂੰ ਉਹ ਗਿਆਨ ਅਤੇ ਸਮਝ ਵੀ ਮਿਲੀ ਜਿਸ ਦੀ ਲੋੜ ਵਿਹਾਰਿਕ ਜਗਤ ਵਿੱਚ ਚੰਗਾ ਲੀਡਰ ਬਣਨ ਲਈ ਹੁੰਦੀ ਹੈ, ਕਿਉਂਕਿ ਅਗਵਾਈ ਦੇ ਇਹੀ 4 ਤੱਤ ਵਪਾਰ ਵਿੱਚ ਸਫਲਤਾ ਪਾਉਣ ਲਈ ਲੋੜੀਂਦੇ ਹੁੰਦੇ ਹਨ: ਮਸਤਿਸ਼ਕ, ਆਤਮਾ, ਸਰੀਰ, ਅਧਿਆਤਮਕਤਾ। ਜੇਕਰ ਤੁਸੀਂ ਆਪਣੇ ਇਹਨਾਂ ਚਾਰੇ ਪਹਿਲੂਆਂ ਨੂੰ ਨਿਯੰਤਰਿਤ ਨਹੀਂ ਕਰ ਸਕਦੇ ਤਾਂ ਤੁਸੀਂ ਨਾਕਾਮ ਹੋ ਜਾਓਗੇ ਅਤੇ ਜੇਕਰ ਤੁਸੀਂ ਆਪਣੇ ਲੋਕਾਂ ਵਿੱਚ ਇਹਨਾਂ ਚਾਰਾਂ ਨੂੰ ਵਿਕਸਿਤ ਨਹੀਂ ਕਰ ਪਾਉਂਦੇ ਅਤੇ ਇਸ ਤਰ੍ਹਾਂ ਉਹਨਾਂ ਨੂੰ ਪ੍ਰਭਾਵੀ ਲੀਡਰ ਨਹੀਂ ਬਣ ਪਾਉਂਦੇ ਤਦੋਂ ਵੀ ਤੁਸੀਂ ਨਾਕਾਮਯਾਬ ਹੋ ਜਾਵੋਗੇ। ਇਹ ਇੰਨੀ ਹੀ ਸਿੱਧੀ ਗੱਲ ਹੈ। ਇੱਥੇ ਇੱਕ ਹੋਰ ਗੱਲ ਦੱਸੀ ਜਾ ਰਹੀ ਹੈ ਜਿਹੜੀ ਮਿਲਟਰੀ ਸਕੂਲਜ਼ ਵਿੱਚ ਸਿਖਾਈ ਜਾਂਦੀ ਹੈ। ਮੋਰਚੇ ਤੇ ਰਹਿਣ ਵੇਲੇ ਇਸ ਚਿੰਤਾ ਵਿੱਚ ਨਾ ਡੁੱਬੋ ਕਿ ਤੁਹਾਨੂੰ ਪਸੰਦ ਕੀਤਾ ਜਾ ਰਿਹਾ ਹੈ ਜਾਂ ਨਹੀਂ। ਜ਼ਾਹਿਰ ਹੈ ਅਸੀਂ ਸਾਰੇ ਚਾਹੁੰਦੇ ਹਾਂ ਕਿ ਲੋਕ ਸਾਨੂੰ ਪਸੰਦ ਕਰਨ, ਲੇਕਿਨ ਮਹਾਨ ਲੀਡਰ ਬਣਨ ਲਈ ਤੁਹਾਨੂੰ ਸੀਮਾਵਾਂ ਨਿਸ਼ਚਿਤ ਕਰਨੀਆਂ ਹੁੰਦੀਆਂ ਹਨ। ਆਪਣੇ ਸਟਾਫ ਦੇ ਵਿਹਾਰ ਦੀ ਨਿਗਰਾਨੀ ਕਰਨੀ ਪੈਂਦੀ ਹੈ ਅਤੇ ਲੋੜ ਪੈਣ ਉੱਤੇ ਸੁਧਾਰਾਤਮਕ ਕਦਮ ਵੀ ਚੁੱਕਣੇ ਪੈ ਸਕਦੇ ਹਨ। ਕਈ ਵਾਰੀ ਤੁਹਾਨੂੰ ਆਪਣੀ ਸੂਚੀ ਤੋਂ ਲੋਕਾਂ ਦੇ ਨਾਂ ਵੀ ਕੱਟਣੇ ਪੈਂਦੇ ਹਨ। ਹਾਂ, ਇਹ ਵੀ ਹੁੰਦਾ ਹੈ। ਇਸ ਤੋਂ ਬਚਣ ਦਾ ਕੋਈ ਉਪਾਅ ਨਹੀਂ ਹੈ, ਲੇਕਿਨ ਨਾਲ ਹੀ ਇਹ ਵੀ ਹੋਣ ਵਾਲਾ ਹੈ। ਤੁਸੀਂ ਸ੍ਰੇਸ਼ਟ ਸੰਭਾਵਤ ਟੀਮ ਬਣਾਉਣ ਜਾ ਰਹੇ ਹੋ ਜਿਹੜੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਤੁਹਾਡੀਆਂ ਉਮੀਦਾਂ ਕੀ ਹਨ ਅਤੇ ਤੁਸੀਂ ਕੀ ਸਹਾਰੋਗੇ